तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ੁਰ ਹੈ। ਸਰਬ ਰੱਖਿਆ ਗੁਰਦਿਆਲ, ਪੈ ਦੁਖ ਵਿਨਾਸ਼ਨ ਹੈ। ਭਗਤ ਵਸ਼ਲ ਅਨਾਥ ਨਾਥੀ, ਸ਼ਰਨ ਨਾਨਕ ਪੁਰਖ ਆਚੁੱਤ ਤਨਹੇ। ਬੇਸ਼ੁਮਾਰ ਅਥਾਹ ਆਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਆਪ ਸੰਗਤ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਨੂੰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਗੁਰਮਤਿ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਕਰੋ ਇਕਾਗਰ, ਅਦਬ ਪਿਆਰ ਸਤਿਕਾਰ ਦੇ ਨਾਲ ਰਸਨਾ ਕਰੋ ਪਵਿੱਤਰ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਧਮਧਾਨ ਦੇ ਅਸਥਾਨ ਤੋਂ ਕੀਰਤਪੁਰ ਸਾਹਿਬ, ਖਟਕਲ ਕਲਾਂ, ਕੁੜਾਮ, ਲਖਨੌਰ ਦੇ ਇਲਾਕੇ ਤੋਂ ਹੁੰਦਿਆਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰ ਮਹਾਰਾਜ ਪਹੁੰਚੇ। ਸਤਿਗੁਰ ਮਹਾਰਾਜ ਜੀ ਦੇ ਵੱਡੇ ਭਰਾਤਾ ਬਾਬਾ ਸੂਰਜ ਮਲ ਜੀ ਦੇ ਪੁੱਤਰ ਭਾਈ ਦੀਪ ਚੰਦ ਜੀ, ਭਾਈ ਆਨੰਦ ਚੰਦ ਜੀ ਹੋਣਾ ਨੇ ਸਤਿਗੁਰ ਮਹਾਰਾਜ ਜੀ ਦਾ ਬਹੁਤ ਪਿਆਰ ਇਸਤਕਬਾਲ ਕੀਤਾ। ਸਤਿਗੁਰ ਮਹਾਰਾਜ ਅਪ੍ਰੈਲ ਦੇ ਦੂਸਰੇ ਹਫ਼ਤੇ ਸੰਨ 1665 ਨੂੰ ਸਤਿਗੁਰ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਹਨ। ਕੁਝ ਸਮਾਂ ਸਤਿਗੁਰ ਮਹਾਰਾਜ ਜੀ ਰੁਕੇ। ਇਤਨੇ ਨੂੰ ਰਾਜਾ ਤਾਰਾ ਚੰਦ ਦਾ ਪੁੱਤਰ ਦੀਪ ਚੰਦ ਜਿਹੜਾ ਹੈ ਉਹ ਚੜ੍ਹਾਈ ਕਰਦਾ ਹੈ।
ਉਹਦਾ ਦੀਪ ਚੰਦ ਦਾ ਅਕਾਲ ਚਲਾਣਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਤਾਰਾ ਚੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਸਤਿਗੁਰੂ ਮਹਾਰਾਜ ਜੀ ਦੀ ਸ਼ਰਧਾ ਰੱਖਣ ਵਾਲਾ ਰਾਜਾ ਸਿੱਖ ਸ਼ਰਧਾਲੂ ਬਣਿਆ। ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਤੇ ਸਤਿਗੁਰੂ ਮਹਾਰਾਜ ਉੱਥੇ ਕਾਫੀ ਸਮਾਂ ਮਹਾਰਾਜ ਰੁਕੇ। ਔਰ ਸਤਿਗੁਰੂ ਮਹਾਰਾਜ ਜੀ ਨੇ ਜਿਸ ਵੇਲੇ ਗਵਾਲੀਅਰ ਦੇ ਕਿਲੇ ਨੂੰ ਛੱਡਣਾ ਸੀ ਤੇ ਮਹਾਰਾਜ ਨੇ ਉੱਥੇ ਫਿਰ 52 ਕਲੀਆਂ ਦਾ ਚੋਲਾ ਪਹਿਨਿਆ। 52 ਰਾਜੇ ਜਿਹੜੇ ਸਨ ਸਤਿਗੁਰੂ ਮਹਾਰਾਜ ਜੀ ਰਿਹਾ ਕਰਕੇ ਲੈ ਕੇ ਆਉਂਦੇ ਨੇ। ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਰਾਜਾ ਜਿਹੜਾ ਹੈ ਉਹ ਪਹਾੜੀ ਰਾਜਾ ਤਾਰਾ ਚੰਦ ਹੈ। ਤਾਰਾ ਚੰਦ ਦਾ ਪੁੱਤਰ ਜਿਹੜਾ ਹੈ ਉਹ ਦੀਪ ਚੰਦ ਜਿੰਦੇ ਅਕਾਲ ਚਲਾਣੇ ਤੇ, ਕਿਉਂਕਿ ਦੀਪ ਚੰਦ ਜਿਹੜਾ ਸੀ ਸਤਿਗੁਰੂ ਗੁਰੂ ਘਰ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਉੱਪਰ ਸ਼ਰਧਾ ਤੇ ਭਾਵਨਾ ਰੱਖਣ ਵਾਲਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਅਕੀਦਾ ਭਰੋਸਾ ਰੱਖਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਰਾਣੀ ਚੰਪਾਵਤੀ ਜਿਹੜੀ ਹੈ ਉਹਨੇ ਸੁਨੇਹਾ ਭੇਜਿਆ ਕਿ ਸਤਿਗੁਰੂ ਮਹਾਰਾਜ ਦੀਪ ਚੰਦ ਦੀ ਅੰਤਮ ਰਸਮਾਂ ਜਿਹੜੀਆਂ ਹਨ ਆਪ ਜੀ ਨੇ ਇਹਨਾਂ ਰਸਮਾਂ ਦੇ ਵਿੱਚ ਸ਼ਾਮਲ ਹੋਣਾ। 13 ਮਈ 1665 ਨੂੰ ਸਤਿਗੁਰੂ ਮਹਾਰਾਜ ਬਿਲਾਸਪੁਰ ਜਾਂਦੇ ਨੇ। ਸਤਿਗੁਰੂ ਮਹਾਰਾਜ ਦੀਪ ਚੰਦ ਦੀਆਂ ਅੰਤਮ ਰਸਮਾਂ ਦੇ ਵਿੱਚ ਰਾਜਾ ਦੀਪ ਚੰਦ ਜਿੰਦਾ ਅਕਾਲ ਚਲਾਣਾ ਹੋਇਆ, ਉਹਦੀਆਂ ਅੰਤਮ ਰਸਮਾਂ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸ਼ਾਮਲ ਹੁੰਦੇ ਨੇ। ਇਸੇ ਹੀ ਦੀਪ ਚੰਦ ਦਾ ਅੱਗੇ ਪੁੱਤਰ ਹੈ ਅਜਮੇਰ ਚੰਦ, ਜਿਹਨੇ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗ ਕੀਤੀਆਂ ਨੇ, ਸਤਿਗੁਰੂ ਮਹਾਰਾਜ ਜੀ ਦੇ ਵਿਰੋਧ ਵਿੱਚ ਵੀ ਰਿਹਾ। ਪਰ ਰਾਜਾ ਦੀਪ ਚੰਦ ਤੇ ਉਹਦੀ ਘਰਵਾਲੀ ਸਤਿਗੁਰੂ ਮਹਾਰਾਜ ਜੀ ਤੇ ਸ਼ਰਧਾ ਭਾਵਨਾ ਰੱਖਣ ਵਾਲੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਅੰਤਮ ਰਸਮਾਂ ਤੋਂ ਬਾਅਦ ਵਿੱਚ ਇੱਛਾ ਪ੍ਰਗਟ ਕੀਤੀ ਕਿ ਅਸੀਂ ਨਗਰ ਵਸਾਉਣਾ ਚਾਹੁੰਦੇ ਹਾਂ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਕਹਿਲੂਰ ਦਾ ਜਿਹੜਾ ਇਲਾਕਾ ਹੈ, ਇਸ ਇਲਾਕੇ ਦੇ ਵਿੱਚ ਇਹਨਾਂ ਪਹਾੜੀਆਂ ਦੇ ਅੰਦਰ ਅਸੀਂ ਨਗਰ ਵਸਾਉਣਾ ਹੈ। ਸਤਿਗੁਰੂ ਮਹਾਰਾਜ ਜੀ ਦੀ ਇੱਛਾ ਸੁਣ ਕਰਕੇ ਰਾਣੀ ਬਹੁਤ ਖੁਸ਼ ਹੋਈ ਤੇ ਸਤਿਗੁਰੂ ਮਹਾਰਾਜ ਜੀ ਨੂੰ ਮਾਖੋਵਾਲ ਦਾ ਜਿਹੜਾ ਇਲਾਕਾ ਹੈ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕਰਨਾ ਚਾਹਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭੇਟਾ ਦੇ ਵਜੋਂ ਇਲਾਕਾ ਜਿਹੜਾ ਸੀ ਲੈਣ ਤੋਂ ਇਨਕਾਰ ਕੀਤਾ। ਸਤਿਗੁਰੂ ਮਹਾਰਾਜ ਜੀ ਚਾਹੁੰਦੇ ਸੀ ਕਿ ਮੈਂ ਜਿਸ ਨਗਰ ਨੂੰ ਵਸਾਉਣਾ ਹੈ ਇਹ ਭੇਟਾ ਦਾ ਦਿੱਤਾ ਹੋਇਆ ਜਾਂ ਕਿਸੇ ਦਾ ਦਾਨ ਦਿੱਤਾ ਹੋਇਆ ਥਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਇਹ ਦੂਰ ਅੰਦੇਸ਼ੀ ਸੀ ਕਿ ਜਿਸ ਜਗ੍ਹਾ ਦੇ ਉੱਪਰ ਕੱਲ੍ਹ ਨੂੰ ਖਾਲਸੇ ਨੇ ਪ੍ਰਗਟ ਹੋਣਾ ਹੈ ਤੇ ਕੋਈ ਉੱਠ ਕੇ ਇਹ ਦਾਅਵਾ ਕਰੇਗਾ ਕਿ ਸਤਿਗੁਰੂ ਮਹਾਰਾਜ ਇਹ ਤਾਂ ਸਾਡੀ ਦਾਨ ਦਿੱਤੀ ਹੋਈ ਜ਼ਮੀਨ ਹੈ ਜਿੱਥੇ ਖਾਲਸਾ ਪ੍ਰਗਟ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਜ਼ਰ ਖਰੀਦ ਕਰ ਪੱਟੇ ਲਿਖਾਏ। ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਫਿਰ ਇਹ ਜਗ੍ਹਾ ਜਿਹੜੀ ਸੀ 500 ਰੁਪਏ ਦੇ ਵਿੱਚ ਖਰੀਦੀ। ਇਹਨੂੰ ਮਾਖੋਵਾਲ ਦਾ ਇਲਾਕਾ ਕਿਹਾ ਗਿਆ। ਪੁਰਾਤਨ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਮਾਖੋ ਜਿਹੜਾ ਸੀ ਇੱਕ ਦੈਂਤ ਦਾ ਨਾਮ ਸੀ ਤੇ ਜਿਹੜਾ ਇਸ ਇਲਾਕੇ ਦੇ ਵਿੱਚ ਕਿਸੇ ਨੂੰ ਵਸਣ ਨਹੀਂ ਸੀ ਦਿੰਦਾ। ਇੱਥੇ ਇੱਕ ਸਰੋਟਾ ਪਿੰਡ ਸੀ ਜਿਹੜਾ ਪਹਿਲਾਂ ਥੇ ਹੋ ਚੁੱਕਿਆ ਸੀ। ਸਤਿਗੁਰੂ ਮਹਾਰਾਜ ਜੀ ਨੇ ਇਸ ਮਾਖੋਵਾਲ ਦੇ ਇਲਾਕੇ ਦੇ ਵਿੱਚ ਪੁਰਾਣੇ ਥੇ ਮੋੜੀ ਜਿਹੜੇ ਸੀ ਪੁਰਾਣੇ ਥੇ ਤੇ ਸਤਿਗੁਰੂ ਮਹਾਰਾਜ ਸਰੋਟੇ ਪਿੰਡ ਵਿੱਚ ਗੱਡੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਇਸ ਜਗ੍ਹਾ ਦੀ ਇਸ ਪਿੰਡ ਦੀ ਇਸ ਨਗਰ ਦੀ ਨੀਂਹ ਰਖਾਈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰੇ ਬਾਬਾ ਗੁਰਦਿੱਤਾ ਸਾਹਿਬ ਜੀ, ਇੱਕ ਸਾਧ ਸੰਗਤ ਜੀ ਭਾਈ ਗੁਰਦਿੱਤਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਨੇ। ਇਹ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਦੇ ਵਿੱਚੋਂ ਨੇ, ਬਾਬਾ ਬੁੱਢਾ ਜੀ ਦੇ ਪੋਤਰੇ ਨੇ ਤੇ ਇਹਨਾਂ ਦੇ ਹੱਥੋਂ ਸਤਿਗੁਰੂ ਮਹਾਰਾਜ ਜੀ ਨੇ ਨੀਂਹ ਰਖਾ ਕੇ ਤੇ ਚੱਕ ਨਾਨਕੀ ਇਸ ਅਸਥਾਨ ਦਾ ਨਾਮ ਰੱਖਿਆ। ਚੱਕ ਨਾਨਕੀ ਸਤਿਗੁਰੂ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਦੇ ਨਾਮ ਦੇ ਉੱਪਰ ਇਸ ਨਗਰ ਨੂੰ ਜਿਹੜਾ ਸੀ ਵਸਾਉਣਾ ਕੀਤਾ। ਭਾਈ ਦਰਗਾਹ ਜੀ
ਦਰਗਾਹ ਦਾਸ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਿਰ ਇਹ ਸਾਰਾ ਭੇਜਿਆ ਕਿ ਇਸ ਇਲਾਕੇ ਦੀ ਵਿਉਂਤਬੰਦੀ ਕੀਤੀ ਜਾਏ, ਜਿਸ ਨੂੰ ਅੱਜ ਅਸੀਂ ਆਨੰਦਪੁਰ ਸਾਹਿਬ ਆਖਦੇ ਹਾਂ। ਇਸ ਇਲਾਕੇ ਦੀ ਵਿਉਂਤਬੰਦੀ ਕਿ ਕਿੱਥੇ ਚੱਕ ਬਣਾਇਆ ਜਾਣਾ ਹੈ, ਕਿੱਥੇ ਗੁਰੂ ਕੀ ਰਿਹਾਇਸ਼ ਹੋਣੀ ਹੈ, ਕਿੱਥੇ ਬਾਜ਼ਾਰ ਬਣਾਏ ਜਾਣੇ ਨੇ, ਕਿੱਥੇ ਵਪਾਰਕ ਕੇਂਦਰ ਬਣਾਏ ਜਾਣੇ ਨੇ, ਕਿੱਥੇ ਆਮ ਸੰਗਤ ਜਿਨ੍ਹਾਂ ਨੇ ਆਉਣਾ ਉਹਨਾਂ ਦੇ ਰਹਿਣ ਵਾਸਤੇ ਸਰਾਂ ਇਤਿਆਦਿਕ ਜਿਹੜੀ ਹੈ ਬਣਾਈ ਜਾਣੀ। ਇਹ ਸਾਰੀ ਜ਼ਿੰਮੇਵਾਰੀ ਸਤਿਗੁਰੂ ਮਹਾਰਾਜ ਜੀ ਨੇ ਦਰਗਾਹ ਦਾਸ ਨੂੰ ਬਖਸ਼ੀ। ਸਤਿਗੁਰੂ ਮਹਾਰਾਜ ਜੀ ਨੇ ਅਖੀਰ 19 ਜੂਨ 1665 ਭਾਵ 21 ਹਾੜ 1722 ਸੰਮਤ ਨੂੰ ਸਤਿਗੁਰੂ ਮਹਾਰਾਜ ਜੀ ਇਸ ਨਗਰ ਦੀ ਨੀਂਹ ਰੱਖਦੇ ਨੇ। ਆਨੰਦਪੁਰ ਸਾਹਿਬ ਚੱਕ ਨਾਨਕੀ ਮਹਾਰਾਜ ਜੀ ਵਸਾਉਂਦੇ ਨੇ। ਸਤਿਗੁਰੂ ਮਹਾਰਾਜ ਜੀ ਸਿੱਖ ਸੰਗਤ ਬਹੁਤ ਪਹੁੰਚੀ, ਕਿਉਂਕਿ ਕੁਝ ਸਿੱਖ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਨੇ, ਬਹੁਤ ਸਾਰੇ ਸਿੱਖ। ਪਰ ਸਤਿਗੁਰੂ ਮਹਾਰਾਜ ਜੀ ਨਵਾਂ ਨਗਰ ਵਸਾਉਂਦੇ ਪਏ ਨੇ, ਇਸ ਕਰਕੇ ਮਾਝਾ, ਮਾਲਵਾ, ਦੁਆਬਾ ਜਿਤਨੀ ਸੰਗਤ ਸੀ ਇਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੇ ਵੀ ਜਾਣਾ ਸ਼ੁਰੂ ਕੀਤਾ, ਤਾਂ ਕਿ ਗੁਰੂ ਘਰ ਦੇ ਵਿੱਚ ਚੱਲਦੀ ਹੋਈ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਸਕਣ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸੰਗਤ ਤੋਂ ਇਲਾਵਾ ਬਹੁਤ ਸਾਰੇ ਕਾਰੀਗਰ ਜਿਹੜੇ ਸਨ ਮਹਾਰਾਜ ਨੇ ਉਹ ਲਾਉਣੇ ਸ਼ੁਰੂ ਕੀਤੇ। ਸ਼ਹਿਰ ਜਿਹੜਾ ਸੀ ਆਨੰਦਪੁਰ ਚੱਕ ਨਾਨਕੀ ਬੜੇ ਸੋਹਣੇ ਤੇ ਆਲਾ ਦਰਜੇ ਦੀ ਉੱਥੇ ਮੀਨਾਕਾਰੀ, ਚਿੱਤਰਕਾਰੀ, ਸੁੰਦਰ ਦ੍ਰਿਸ਼ ਜਿਹੜੇ ਸੀ ਉਹ ਸਜਾਏ ਗਏ। ਸਤਿਗੁਰੂ ਮਹਾਰਾਜ ਨੇ ਇੱਕ ਥਾਂ ਬਿਲਕੁਲ ਰਾਖਵੀਂ ਰੱਖ ਦਿੱਤੀ। ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਇਹ ਥਾਂ ਰਾਖਵੀਂ ਕਿਉਂ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਸ ਥਾਂ ਦੇ ਉੱਤੇ ਇਤਿਹਾਸ ਸਿਰਜਿਆ ਜਾਣਾ ਹੈ। ਸਤਿਗੁਰੂ ਮਹਾਰਾਜ ਗੁਰਦੇਵ ਪਾਤਸ਼ਾਹ ਨੇ ਜਿੱਥੇ ਆਪਣੀ ਰਿਹਾਇਸ਼ ਬਣਾਈ ਉਹ ਅਸਥਾਨ ਅੱਜ ਅਸੀਂ ਨਮਸਕਾਰ ਕਰਦੇ ਹਾਂ ਗੁਰਦੁਆਰਾ ਭੋਰਾ ਸਾਹਿਬ ਜੀ ਦੇ ਨਾਮ ਦੇ ਨਾਲ, ਜਿੱਥੇ ਇਹ ਕਸ਼ਮੀਰੀ ਪੰਡਤ ਜਿਹੜੇ ਸਨ ਇਹ ਚੱਲ ਕੇ ਆਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਸ਼ਹਿਰ ਨੂੰ ਜਿਹੜਾ ਸੀ ਸਤਿਗੁਰੂ ਮਹਾਰਾਜ ਸੁੰਦਰੀਕਰਨ ਕਰਾਉਂਦੇ ਪਏ ਨੇ, ਰਾਜ ਮਿਸਤਰੀ ਲੱਗੇ ਨੇ, ਕਾਰੀਗਰ ਲੱਗੇ ਹੋਏ ਨੇ। ਇੱਕ ਸੈਯਦ ਮੂਸਾ ਰੋਪੜੀ ਕਰਕੇ ਇੱਕ ਫਕੀਰ ਹੋਇਆ। ਉਹ ਜਦੋਂ ਇਸ ਇਲਾਕੇ ਦੇ ਵਿੱਚੋਂ ਲੰਘਦਾ ਪਿਆ ਸੀ ਤੇ ਉਹਨੇ ਪੁੱਛਿਆ ਕਿ ਜਿਹੜੇ ਮਿਸਤਰੀ ਲੱਗੇ ਕਿ ਉਹ ਤੁਸੀਂ ਕੀ ਕਰਦੇ ਪਏ ਹੋ? ਕਹਿਣ ਲੱਗੇ ਕਿ ਇਸ ਸਥਾਨ ਦੇ ਉੱਪਰ ਗੁਰੂ ਸਾਹਿਬ ਜੀ ਨੇ ਇੱਕ ਨਗਰ ਵਸਾਉਂਦੇ ਪਏ ਨੇ ਚੱਕ ਨਾਨਕੀ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਗੁਰਤਾ ਦੇ ਵਾਰਸ ਨੇ, 9ਵੇਂ ਸਰੀਰ ਨੇ, 9ਵੀਂ ਜਗ੍ਹਾ ਦੇ ਉੱਪਰ ਬੈਠੇ ਨੇ, ਵਿਰਾਗ, ਤਿਆਗ ਤੇ ਪ੍ਰੇਮ ਦੀ ਮੂਰਤ ਨੇ ਗੁਰੂ ਤੇਗ ਬਹਾਦਰ ਮਹਾਰਾਜ। ਸੈਯਦ ਮੂਸਾ ਰੋਪੜੀ ਨੇ ਜਦੋਂ ਇਹ ਬਚਨ ਸੁਣੇ ਤੇ ਉਹਨੇ ਸਵਾਲ ਕਰ ਦਿੱਤਾ ਰਾਜ ਮਿਸਤਰੀਆਂ ਨੂੰ ਕਿ ਮੇਰਾ ਇੱਕ ਸਵਾਲ ਹੈ ਤੇ ਗੁਰੂ ਸਾਹਿਬ ਜੀ ਤੋਂ ਇਸ ਦਾ ਉੱਤਰ ਪੁੱਛ ਕੇ ਆਉਣਾ। ਸਤਿਗੁਰੂ ਮਹਾਰਾਜ ਜੀ ਨੂੰ ਇਹ ਜਾ ਕੇ ਸਵਾਲ ਦੱਸਣਾ ਤੇ ਪੁੱਛਣਾ ਕਿ ਜਿਹੜੇ ਫਕੀਰ ਹੁੰਦੇ ਨੇ, ਵੈਰਾਗੀ ਹੁੰਦੇ ਨੇ, ਉਹ ਸੰਸਾਰ ਦੇ ਲੰਮੇ ਝਮੇੜਿਆਂ ਦੇ ਵਿੱਚ ਨਹੀਂ ਪੈਂਦੇ। ਆਪ ਜੀ ਤਾਂ ਬੜੇ ਲੰਮੇ ਝਮੇੜੇ ਦੇ ਵਿੱਚ ਪੈ ਗਏ ਹੋ, ਨਗਰ ਵਸਾਉਂਦੇ ਪਏ ਹੋ, ਆਪ ਵੈਰਾਗੀ ਤੇ ਤਿਆਗੀ ਕਿਵੇਂ ਹੋ ਸਕਦੇ ਹੋ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਜਾ ਕੇ ਆਖਿਆ ਕਿ ਮਹਾਰਾਜ ਇੱਕ ਸੈਯਦ, ਇੱਕ ਫਕੀਰ ਮੂਸਾ ਰੋਪੜੀ ਕਰਕੇ ਆਇਆ ਤੇ ਮਹਾਰਾਜ ਉਹਨੇ ਆ ਸਵਾਲ ਰੱਖ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹ ਕਹਿੰਦਾ ਸੀ ਕਿ ਉੱਤਰ ਪੁੱਛ ਕੇ ਰੱਖਿਓ, ਮੈਂ ਵਾਪਸ ਪਰਤਾਂਗਾ ਤੇ ਮੈਂ ਇਹ ਉੱਤਰ ਤੁਹਾਡੇ ਤੋਂ ਪੁੱਛਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕਿ ਦੇਖੋ ਜਿਨਨੇ ਸਵਾਲ ਕੀਤਾ ਹੈ ਉਹਨੂੰ ਕਹਿਣਾ ਕਿ ਉੱਤਰ ਵੀ ਸਤਿਗੁਰੂ ਮਹਾਰਾਜ ਆਪ ਦੇਣਗੇ ਤੇ ਤੁਹਾਨੂੰ ਜਾਣਾ ਪਵੇਗਾ ਸਤਿਗੁਰੂ ਜੀ ਦੇ ਕੋਲ। ਮੂਸਾ ਰੋਪੜੀ ਸਤਿਗੁਰੂ ਮਹਾਰਾਜ ਨੂੰ ਫਿਰ ਮਿਲਣ ਵਾਸਤੇ ਆਇਆ ਤੇ ਮਹਾਰਾਜ ਨੂੰ ਫਿਰ ਉਹੀ ਸਵਾਲ ਕੀਤਾ ਕਿ ਮਹਾਰਾਜ ਵੈਰਾਗੀ ਤੇ ਝਮੇੜੇ ਸੰਸਾਰਿਕ ਕਿਉਂ ਇੰਨੇ ਘਰ-ਬਾਰ ਮਹਿਲ ਮਾੜੀਆਂ ਉਸਾਰਦੇ ਪਏ ਹੋ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਕਿ ਇੱਕ ਰਾਤ ਆਪ ਜੀ ਸਾਡੇ ਕੋਲ ਰੁਕੋ ਤੇ ਉਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੇ ਸਵਾਲ ਦਾ ਉੱਤਰ ਜਿਹੜਾ ਹੈ ਅਸੀਂ ਦੇਵਾਂਗੇ। ਮੂਸਾ ਰੋਪੜੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਨੰਦਪੁਰ ਸਾਹਿਬ ਚੱਕ ਨਾਨਕੀ ਰੁਕਿਆ। ਰਾਤ ਨੂੰ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਇੱਕ ਸ਼ੇਰ ਜਿਹੜਾ ਸੀ ਉਹ ਆਪਣੀ ਗੁਫਾ ਦੇ ਵੱਲੀ ਜਾਂਦਾ ਪਿਆ ਹੈ। ਗੁਫਾ ਦੇ ਵਿੱਚ ਜਾਂਦਿਆਂ ਉਹਨੇ ਗੁਫਾ ਦੇ ਜਦੋਂ ਕੋਲ ਪਹੁੰਚਿਆ ਤੇ ਉਹਨੂੰ ਅੰਦਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਕਿ ਜਿਵੇਂ ਉਹਦੀ ਗੁਫਾ ਦੇ ਵਿੱਚ ਕੋਈ ਆ ਕੇ ਪਹਿਲੋਂ ਹੀ ਬੈਠਾ ਹੋਵੇ ਤੇ ਠੰਡ ਦੇ ਤੇ ਬਰਸਾਤ ਦੇ ਦਿਨ ਸੀ।
ਸ਼ੇਰ ਜਿਹੜਾ ਸੀ ਉਹਨੇ ਸੋਚਿਆ, ਉਹਦੇ ਮਨ ਦੇ ਵਿੱਚ ਆਇਆ ਕਿ ਜੇ ਮੈਂ ਗੁਫਾ ਦੇ ਵਿੱਚ ਗਿਆ ਤੇ ਇਹ ਲੋਕ, ਜੋ ਵੀ ਕੋਈ ਜਾਨਵਰ ਜਾਂ ਕੋਈ ਇਨਸਾਨ ਅੰਦਰ ਹੈ, ਉਹ ਡਰ ਜਾਏਗਾ, ਉਹ ਭੈਭੀਤ ਹੋ ਜਾਏਗਾ, ਹੋ ਸਕਦਾ ਹੈ ਉਹਦੀ ਮੌਤ ਹੋ ਜਾਏ। ਉਹਨੇ ਸ਼ੇਰ ਨੇ ਜਿਹੜਾ ਸੀ ਗੁਫਾ ਵਿੱਚ ਜਾਣ ਦੀ ਥਾਂ ਤੇ ਉਹਨੇ ਬਾਹਰ ਜਾ ਕੇ ਜਿਹੜਾ ਸੀ ਉਹ ਰਾਤ ਗੁਜ਼ਾਰਨੀ ਬਿਹਤਰ ਸਮਝੀ। ਠੰਡ ਬਰਸਾਤ ਦੇ ਕਰਕੇ ਜਿਹੜੀ ਰਾਤ ਉਹ ਮੀਂਹ ਦੇ ਨਾਲ ਭਿੱਜਣ ਕਰਕੇ ਸ਼ੇਰ ਦੀ ਜਿਹੜੀ ਸੀ ਮੌਤ ਹੋ ਗਈ। ਮੂਸਾ ਰੂਪੜ ਨੇ ਕੀ ਦੇਖਿਆ ਸੁਪਨੇ ਦੇ ਵਿੱਚ ਕਿ ਉਹ ਸ਼ੇਰ ਜਿਹੜਾ ਸੀ ਉਹ ਦਰਗਾਹ ਦੇ ਵਿੱਚ ਕਬੂਲ ਹੋ ਗਿਆ, ਦਰਗਾਹ ਦੇ ਵਿੱਚ ਉਹਨੂੰ ਥਾਂ ਮਿਲ ਗਈ। ਸਵੇਰ ਆਈ ਤੇ ਸਤਿਗੁਰ ਮਹਾਰਾਜ ਜੀ ਦੇ ਕੋਲ ਆਉਂਦਾ ਹੈ ਤੇ ਸਤਿਗੁਰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਂ ਆ ਕੁਝ ਦੇਖ ਕੇ ਆਇਆ, ਇਹਦਾ ਕੀ ਭਾਵ? ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਦੇਖੋ ਜਿਹੜਾ ਗ੍ਰਸਤੀ ਹੈ, ਜਿੰਦਾ ਆਪਣਾ ਘਰ ਹੈ, ਉਹ ਦੂਸਰੇ ਨੂੰ ਥਾਂ ਦੇ ਸਕਦਾ ਹੈ, ਦੂਸਰੇ ਵਾਸਤੇ ਜਗ੍ਹਾ ਉਹਨੂੰ ਦੇ ਸਕਦਾ ਹੈ। ਜਿੰਦੇ ਕੋਲ ਆਪਣੇ ਕੋਲ ਕੁਝ ਨਹੀਂ, ਉਹ ਦੂਸਰੇ ਨੂੰ ਕਿਵੇਂ ਕੁਝ ਦੇਵੇਗਾ? ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਕਿ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ। ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਹੁਕਮ ਦਿੱਤਾ, ਮਹਾਰਾਜ ਜੀ ਆਪ ਗ੍ਰਸਤ ਜੀਵਨ ਦੇ ਵਿੱਚ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੰਨੇ ਵੀ ਮਹਾਂਪੁਰਖਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਜੀ ਦੀ 15 ਭਗਤ ਨੇ, 11 ਭੱਟ ਨੇ, 4 ਗੁਰਸਿੱਖ ਨੇ, ਇਹ ਸਾਰੇ ਹੀ ਬਾਣੀਕਾਰ ਜਿਹੜੇ ਨੇ ਇਹ ਗ੍ਰਸਤੀ ਵੀ ਨੇ ਤੇ ਇਹ ਕਿਰਤੀ ਵੀ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਗ੍ਰਸਤ ਨੂੰ ਤੇ ਕਿਰਤ ਨੂੰ ਮਹਾਰਾਜ ਜੀ ਨੇ ਪ੍ਰਧਾਨਤਾ ਬਖਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੇ ਬਹੁਤ ਸੰਗਤ ਨੂੰ ਉਪਦੇਸ਼ ਦਿੱਤਾ। ਕਿਸੇ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਕਿਰਪਾ ਕਰੋ, ਆਪ ਸਾਨੂੰ ਉਪਦੇਸ਼ ਦੇਵੋ। ਮਹਾਰਾਜ ਜੀ ਨੇ ਇੱਕੋ ਹੀ ਉਪਦੇਸ਼ ਸੰਗਤ ਨੂੰ ਕਰਨਾ ਕਿ ਜਦੋਂ ਧਨ ਆਵੇ ਤੇ ਉਸ ਧਨ ਦਾ ਜਾਂ ਤੇ ਕਿਸੇ ਗਰੀਬ ਲੋੜਵੰਦ ਵਾਸਤੇ ਘਰ ਬਣਾ ਦਿਓ, ਜਾਂ ਖੂਹ ਬਣਾਇਆ ਜਾਵੇ, ਖੂਹ ਖੁਦਵਾਇਆ ਜਾਏ। ਇਸ ਕਰਕੇ ਇਸ ਤਰੀਕੇ ਦੇ ਜਾਂ ਬਾਗ ਸਤਿਗੁਰੂ ਮਹਾਰਾਜ ਜੀ ਨੇ ਕਹਿਣਾ, ਹਰਿਆਲੀ ਕੁਦਰਤ ਦੀ ਜਿਹੜੀ ਸੀ, ਸਤਿਗੁਰੂ ਮਹਾਰਾਜ ਜੀ ਨੇ ਕਹਿਣਾ ਕਿ ਉਹਦੀ ਰਾਖੀ ਹੋ ਸਕੇ। ਕੂਪ ਲਗਾਵੋ ਸਦਨ ਬਣਾਵੋ, ਖਰਚੋ ਪੁਰਕੇ ਹੇਤ ਬਸਾਵੋ। ਮਹਾਰਾਜ ਪਾਤਸ਼ਾਹ ਜੀ ਨੇ ਇਹ ਹੁਕਮ ਕਰਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਇਸ ਨਗਰ ਦੀ ਜਦੋਂ ਜਿਉਂ-ਜਿਉਂ ਤਿਆਰੀ ਹੋਈ, ਜਿਉਂ-ਜਿਉਂ ਇਹ ਨਗਰ ਉਸਾਰਿਆ, ਮਹਾਰਾਜ ਪਾਤਸ਼ਾਹ ਜੀ ਨੇ ਗੁਲਾਬ ਰਾਏ, ਭਾਈ ਗੁਲਾਬ ਰਾਏ, ਭਾਈ ਰਾਜਾ, ਭਾਈ ਬਹਿਲ, ਭਾਈ ਮਨਸੂਦ, ਭਾਈ ਹਰਬੰਸ ਜੀ, ਇਹ ਗੁਰੂ ਘਰ ਦੇ ਬਹੁਤ ਸੋਹਣੇ ਤੇ ਬੜੇ ਪਿਆਰੇ ਕੀਰਤਨੀ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਬੁਲਾਉਣਾ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਪ ਸਿੱਖ ਸੰਗਤ ਵਿੱਚ ਬੈਠਦੇ ਬਾਣੀ ਦਾ ਕੀਰਤਨ ਸਤਿਗੁਰੂ ਮਹਾਰਾਜ ਸਰਵਣ ਕਰਦੇ ਤੇ ਸਿੱਖ ਆ ਕਰਕੇ ਮਹਾਰਾਜ ਜੀ ਦੇ ਅੱਗੇ ਜਗਿਆਸਾ ਕਰਦੇ ਕਿ ਸਤਿਗੁਰੂ ਮਹਾਰਾਜ ਆਪ ਉਪਦੇਸ਼ ਦੇਵੋ। ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਪ੍ਰਸ਼ਨ ਵੀ ਕਰਨੇ ਤੇ ਮਹਾਰਾਜ ਨੇ ਬੜੀ ਨਿਮਰ ਭਾਵ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣਾ। ਕਿਸੇ ਨੇ ਆ ਕੇ ਸਤਿਗੁਰੂ ਮਹਾਰਾਜ ਜੀ ਨੂੰ ਆਖਿਆ, ਮਹਾਰਾਜ ਇਹ ਦੱਸੋ ਕਿ ਅਸ਼ਾਂਤੀ ਦਾ ਕੀ ਕਾਰਨ ਹੈ ਕਿ ਹਰ ਵੇਲੇ ਮਨ ਜਿਹੜਾ ਹੈ ਉਹ ਖਿਝਿਆ ਰਹਿੰਦਾ ਹੈ, ਹਰ ਵੇਲੇ ਮਨ ਦੇ ਵਿੱਚ ਅਸ਼ਾਂਤੀ ਰਹਿੰਦੀ ਹੈ। ਮਹਾਰਾਜ ਇਹਦਾ ਕਾਰਨ ਕੀ ਤੇ ਇਹਦੀ ਨਿਵਰਤੀ ਕਿਵੇਂ ਹੋ ਸਕਦੀ ਹੈ? ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਸੰਤੋਖ ਦੀ ਘਾਟ ਕਰਕੇ ਅਸ਼ਾਂਤੀ ਪੈਦਾ ਹੁੰਦੀ ਹੈ। ਜਿਸ ਦੇ ਅੰਦਰ ਸੰਤੋਖ ਹੈ, ਸਤਿਗੁਰ ਮਹਾਰਾਜ ਕਹਿੰਦੇ ਉਹਦਾ ਹਿਰਦਾ ਟਿਕ ਜਾਂਦਾ ਹੈ, ਤੇ ਜਿੰਦੇ ਅੰਦਰ ਸੰਤੋਖ ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਅਸ਼ਾਂਤ ਹੋਇਆ, ਇਉਂ ਦੌੜਦਾ ਹੈ, ਭਾਵੇਂ ਕੋਈ ਵੀ ਕੰਮ ਨਹੀਂ ਫਿਰ ਵੀ ਆਸੇ ਪਾਸੇ ਸੱਜੇ ਖੱਬੇ ਦਿਨੇ ਸਵੇਰੇ ਸ਼ਾਮ ਦੌੜਿਆ ਫਿਰਦਾ ਹੈ ਕਿ ਸ਼ਾਇਦ ਉਹਨੂੰ ਇਵੇਂ ਲੱਗਦਾ ਕਿ ਧਰਤੀ ਚੱਲਦੀ ਮੇਰੇ ਸਹਾਰੇ 'ਤੇ ਪਈ, ਜੇ ਮੈਂ ਕੁਝ ਨਾ ਕੀਤਾ ਤਾਂ ਸ਼ਾਇਦ ਇੱਥੇ ਹੋਣਾ ਕੁਝ ਨਹੀਂ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਸੰਤੋਖ ਦੀ ਘਾਟ ਹੋਵੇ ਤੇ ਅੰਦਰ ਅਸ਼ਾਂਤ ਹੋ ਜਾਂਦਾ ਹੈ, ਹਿਰਦੇ ਅੰਦਰ ਸੰਤੋਖ ਟਿਕ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੀਵਨ ਜਿਹੜਾ ਹੈ ਉਹ ਸਹਿਜ ਦੇ ਵਿੱਚ ਆ ਕੇ ਟਿਕਦਾ ਹੈ। ਇਹੀ ਕਾਰਨ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਰੋਵਰਾਂ ਦੀ ਰਚਨਾ ਕੀਤੀ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਸਰੋਵਰ ਜਿਹੜਾ ਸੀ ਉਹ ਸੰਤੋਖ ਸਰ ਦੀ ਖੁਦਵਾਈ ਕਰਾਈ। ਤੇ ਸੰਤੋਖ ਸਰ ਦੀ ਜਿਹੜੀ ਕਾਰ ਨਿਕਲੀ, ਜਿਹੜੀ ਸੰਤੋਖ ਸਰ ਦੀ ਜਿਹੜੀ ਪੁਟਾਈ ਤੋਂ ਬਾਅਦ ਵਿੱਚ ਮਿੱਟੀ ਨਿਕਲੀ, ਉਹ ਮਿੱਟੀ ਜਿਹੜੀ ਸੀ, ਉਹ ਕਾਰ ਜਿਹੜੀ ਸੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੇ ਤਲ ਦੇ ਉੱਤੇ ਪਾਈ ਗਈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਪੂਰੀ ਜਿਹੜੀ ਸੀ ਕਾਰ ਸੇਵਾ ਮੁਕੰਮਲ ਹੋ ਚੁੱਕੀ ਸੀ,
ਸਰੋਵਰ ਦੇ ਵਿੱਚ ਜਲ ਭਰਿਆ ਗਿਆ ਤੇ ਜਲ ਜਿਹੜਾ ਸੀ ਬਿਲਕੁਲ ਥੱਲੇ ਸਿਮ ਗਿਆ, ਥੱਲੇ ਜੀਰ ਗਿਆ, ਸੁੱਕ ਗਿਆ। ਤੇ ਸਤਿਗੁਰ ਮਹਾਰਾਜ ਜੀ ਨੇ ਉਸ ਤੋਂ ਬਾਅਦ ਵਿੱਚ ਜਿਹੜਾ ਸੀ ਸੰਤੋਖ ਸਰ ਦੀ ਕਾਰ ਥੱਲੇ ਪਵਾਈ। ਤੇ ਇਹ ਮਹਾਰਾਜ ਜੀ ਨੇ ਜਿਵੇਂ ਇੱਕ ਸਾਨੂੰ ਆਦੇਸ਼ ਦੇ ਦਿੱਤਾ ਹੋਵੇ, ਇੱਕ ਸੰਕੇਤ ਇਸ਼ਾਰਾ ਦੇ ਦਿੱਤਾ ਹੋਵੇ ਕਿ ਜਿਹਦੇ ਅੰਦਰ ਸੰਤੋਖ ਟਿਕ ਜਾਂਦਾ ਹੈ ਉਹ ਫਿਰ ਹਮੇਸ਼ਾ ਭਰਿਆ ਹੀ ਰਹਿੰਦਾ, ਖਾਲੀ ਨਹੀਂ ਰਹਿੰਦਾ। ਜਿਹਦੇ ਅੰਦਰ ਸੰਤੋਖ ਨਹੀਂ ਹੁੰਦਾ, ਭਾਵੇਂ ਜਿੰਨਾ ਮਰਜ਼ੀ ਉਹਨੂੰ ਦੇਈ ਜਾਓ, ਉਹ ਰੱਜਣ ਵਾਲਾ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਸਰੋਵਰ ਦੀਆਂ ਰਚਨਾ ਦੇ ਵਿੱਚੋਂ ਹੀ ਸਾਨੂੰ ਜੀਵਨ ਜਾਚ ਸਿਖਾ ਦਿੱਤੀ ਕਿ ਜਿਵੇਂ ਹਰਿਮੰਦਰ ਸਾਹਿਬ ਜੀ ਦਾ ਸਰੋਵਰ, ਉਹਦੇ ਤਲ ਦੇ ਉੱਪਰ ਕਾਰ ਜਿਹੜੀ ਹੈ ਸੰਤੋਖ ਦੀ ਪਾ ਦਿੱਤੀ ਤੇ ਉਸ ਕਾਰ ਤੋਂ ਬਾਅਦ ਵਿੱਚ ਹਰਿਮੰਦਰ ਦਾ ਜਲ ਜਿਹੜਾ ਸੀ ਉਹ ਪੂਰਨ ਤੌਰ ਤੇ ਟਿਕ ਗਿਆ। ਇਸੇ ਤਰ੍ਹਾਂ ਜਿੰਦੇ ਹਿਰਦੇ ਦੇ ਅੰਦਰ ਸੰਤੋਖ ਆ ਜਾਏ, ਉਹਦੀਆਂ ਤ੍ਰਿਸ਼ਨਾਵਾਂ, ਉਹਦੀਆਂ ਬੇਲੋੜੀਆਂ ਭੁੱਖਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਤੇ ਬੇਲੋੜੀਆਂ ਭੁੱਖਾਂ ਜਿਹੜੀਆਂ ਨੇ ਇਹੀ ਅਸ਼ਾਂਤੀ ਦਾ ਕਾਰਨ ਬਣਦੀਆਂ ਨੇ। ਤੇ ਜਿੱਦਣ ਇਹ ਬੇਲੋੜੇ ਅਰਥਾਂ ਤੋਂ ਜੀਵਨ ਜਿਹੜਾ ਸੀ ਉਹ ਕਿਨਾਰਾ ਕਰਦਾ ਹੈ, ਸਮਝ ਪੈ ਜਾਂਦੀ ਹੈ ਕਿ ਇਹ ਬੇਲੋੜੀਆਂ ਲੋੜਾਂ ਦੇ ਪਿੱਛੇ ਮੈਂ ਦੌੜਦਾ ਪਿਆ, ਇਹਨਾਂ ਨੇ ਪੂਰੀਆਂ ਵੀ ਨਹੀਂ ਹੋਣਾ ਤੇ ਇਹਨਾਂ ਨੇ ਮਨ ਨੂੰ ਟਿਕਣ ਨਹੀਂ ਦੇਣਾ, ਇਹਨਾਂ ਨੂੰ ਛੱਡਣਾ ਹੀ ਠੀਕ ਹੈ। ਤੇ ਮਹਾਰਾਜ ਕਹਿੰਦੇ ਨੇ ਉਸ ਦਿਨ ਸੰਤੋਖ ਹਿਰਦੇ ਵਿੱਚ ਪੈਦਾ ਹੋਏਗਾ ਤੇ ਸੰਤੋਖ ਦੇ ਕਰਕੇ ਮਨ ਸ਼ਾਂਤ ਹੋਏਗਾ। ਸਤਿਗੁਰੂ ਮਹਾਰਾਜ ਜੀ ਨੂੰ ਪੁੱਛਦੇ ਨੇ ਸਿੱਖ ਮਹਾਰਾਜ, ਗੁਰਮੁਖ ਕਿਹਨੂੰ ਆਖਦੇ ਨੇ? ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਦੇ ਅਰਥ ਇਹ ਹੁੰਦੇ ਨੇ ਕਿ ਜਿਨ੍ਹਾਂ ਚੀਜ਼ਾਂ ਦੇ ਕਰਕੇ ਮਨ ਜਿਹੜਾ ਹੈ ਪਰਮਾਤਮਾ ਦੇ ਨਾਮ ਤੋਂ ਟੁੱਟੇ, ਉਹਨਾਂ ਵੱਲੋਂ ਮਨ ਨੂੰ ਹਟਾ ਲਵੇ, ਮਨ ਨੂੰ ਉਹਨਾਂ ਵੱਲੋਂ ਮੋੜੇ ਤੇ ਪਰਮਾਤਮਾ ਦੇ ਨਾਲ ਮਨ ਨੂੰ ਜੋੜੇ। ਦੁਨਾਈ ਖਹਿਸ਼ਾਂ ਦੇ ਪਿੱਛੇ ਦੌੜਨ ਦੀ ਥਾਂ ਤੇ ਇੱਕ ਪ੍ਰਭੂ ਦੇ ਹੁਕਮ ਦੇ ਵਿੱਚ ਰਹਿਣਾ ਸਿੱਖੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਗੁਰਮੁਖ ਦੀ ਨਿਸ਼ਾਨੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿੱਖ ਕਹਿੰਦੇ ਨੇ, ਸੱਚੇ ਪਾਤਸ਼ਾਹ ਇਹ ਦੱਸੋ ਕਿ ਜੀਵਨ ਮੁਕਤ ਕੌਣ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵਨ ਮੁਕਤ ਉਹ ਹੈ ਜਿਹੜਾ ਪ੍ਰਭੂ ਦੇ ਹੁਕਮ ਦੇ ਵਿੱਚ ਚੱਲੇ, ਪ੍ਰਭੂ ਦੀ ਆਗਿਆ ਦੇ ਵਿੱਚ ਰਹੇ। ਜੇ ਸੁੱਖ ਆ ਜਾਏ ਤੇ ਤਾਂ ਵੀ ਉਹਨੂੰ ਹੁਕਮ ਕਰਕੇ ਜਾਣ ਲਏ, ਜੇਕਰ ਦੁੱਖ ਜੀਵਨ ਦੇ ਵਿੱਚ ਆਏ ਤੇ ਉਹ ਉਸ ਦੁੱਖ ਨੂੰ ਵੀ ਹੁਕਮ ਕਰਕੇ ਜਾਣ ਲਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ। ਸਤਿਗੁਰੂ ਮਹਾਰਾਜ ਆਖਦੇ ਨੇ, ਕਿਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਸਤਿਗੁਰੂ ਮਹਾਰਾਜ ਨੂੰ ਸਿੱਖ ਆਖਦੇ ਨੇ ਕਿ ਮਹਾਰਾਜ ਫਿਰ ਸੁੱਖ ਤੇ ਦੁੱਖ ਕੀ ਹਨ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਸੁੱਖ ਜਿਹੜਾ ਹੈ ਇਹ ਮਨ ਦੇ ਅਭਾਵ, ਮਨ ਦੇ ਫੁਰਨੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫੁਰਨੇ ਜਦੋਂ ਮਨ ਦੇ ਵਿੱਚ ਪੈਦਾ ਹੁੰਦੇ ਨੇ, ਜੇ ਤਾਂ ਪੂਰੇ ਹੋ ਜਾਣ ਫਿਰ ਸੁੱਖ ਹੈ, ਤੇ ਜੇਕਰ ਫੁਰਨੇ ਪੂਰੇ ਨਹੀਂ ਹੋਏ ਤੇ ਫਿਰ ਜੀਵ ਦੁਖੀ ਹੋ ਜਾਂਦਾ ਹੈ। ਫੁਰਨਿਆਂ ਦਾ ਪੂਰਾ ਹੋਣਾ ਸੁੱਖ ਮੰਨਦਾ ਹੈ ਤੇ ਫੁਰਨਿਆਂ ਦਾ ਨਾ ਪੂਰਾ ਹੋਣਾ ਇਹ ਜੀਵਨ ਦੇ ਵਿੱਚ ਦੁੱਖ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਦੇਖੋ ਇੱਕ ਕੰਮ ਕਰੋ ਕਿ ਜੀਵਨ ਦੇ ਵਿੱਚ ਸੁੱਖ ਤੇ ਦੁੱਖ ਜਿਹੜੇ ਨੇ ਮਹਾਰਾਜ ਕਹਿੰਦੇ ਨੇ ਇਹ ਜੀਵ ਦੇ ਕਰਮ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਕਰਮਾਂ ਕਰਕੇ ਪ੍ਰਾਪਤ ਹੁੰਦੇ ਨੇ। ਤੇ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਜੇ ਸੁੱਖ ਆ ਜਾਵੇ ਤੇ ਫਿਰ ਗੁਰੂ ਦਾ ਸ਼ੁਕਰਾਨਾ ਕਰੀ, ਜੇ ਦੁੱਖ ਵੀ ਆ ਜਾਵੇ ਤੇ ਉਹਨੂੰ ਸੁੱਖ ਸਮਝ ਕੇ ਕਬੂਲ ਕਰਕੇ ਰਜਾ ਦੇ ਵਿੱਚ ਰਹਿੰਦਿਆਂ ਹੋਇਆਂ, ਹੁਕਮ ਦੇ ਵਿੱਚ ਰਹਿੰਦਿਆਂ, ਭਾਣੇ ਦੇ ਵਿੱਚ ਰਹਿੰਦਿਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਆਖੀ ਕਿ ਮਹਾਰਾਜ ਇਹ ਤੇਰੀ ਦਾਤ ਹੈ। ਔਰ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਮਹਾਰਾਜ ਕਹਿੰਦੇ ਨੇ ਕਈ ਵਾਰੀ ਦੁੱਖ ਜਿਹੜਾ ਹੈ ਉਹ ਪਰਮਾਤਮਾ ਨਾਲ ਮਿਲਾਪ ਦਾ ਕਾਰਨ ਬਣਦਾ ਹੈ। ਸੁੱਖ ਜੇਕਰ ਜੀਵਨ 'ਚ ਬਹੁਤੇ ਹੋਣ ਰੱਬ ਨੂੰ ਵੀ ਜੀਵ ਭੁੱਲ ਕੇ ਬੈਠ ਜਾਂਦਾ ਹੈ, ਪਰ ਜੇਕਰ ਜੀਵਨ ਦੇ ਵਿੱਚ ਕਿਤੇ ਦੁੱਖ ਐਸੀ ਮਨ ਨੂੰ ਸੱਟ ਮਾਰੇ, ਉਹ ਦੁੱਖ ਜਿਹੜਾ ਹੈ ਪਰਮਾਤਮਾ ਦੇ ਮਾਰਗ 'ਤੇ ਤੋਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅਗਲੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ,
ਨਾਉ